ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਉੜੀਸਾ ਦੇ ਸਮੁੰਦਰੀ ਤੱਟ ਨਾਲ ਸਮੁੰਦਰੀ ਤੂਫਾਨ ਫੈਲਨ ਟਕਰਾਇਆ ਤਾਂ ਜ਼ਿਆਦਾਤਰ ਆਬਾਦੀ ਸੁਰੱਖਿਅਤ ਥਾਵਾਂ ਉੱਤੇ ਜਾ ਚੁੱਕੀ ਸੀ। ਅਗੇਤੀ ਚੇਤਾਵਨੀ ਕਾਰਨ ਕੁਦਰਤੀ ਆਫਤ ਤੋਂ ਪਹਿਲਾਂ ਹੰਗਾਮੀ ਬੰਦੋਬਸਤ ਕੀਤੇ ਗਏ। ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨਾਲ ਤਾਲਮੇਲ ਕੀਤਾ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਫੌਜ ਨੇ ਲੋਕਾਂ ਨੂੰ ਤੂਫਾਨ ਦੀ ਮਾਰ ਵਿੱਚੋਂ ਬਾਹਰ ਕੱਢਣ ਲਈ ਬੰਦੋਬਸਤ ਸਮੇਂ ਸਿਰ ਕੀਤਾ। ਕੁਦਰਤੀ ਆਫਤ ਦੀ ਮਾਰ ਵਿੱਚੋਂ ਆਵਾਮ ਨੂੰ ਕੱਢਣ ਦੀ ਸ਼ਾਇਦ ਇਹ ਸਭ ਤੋਂ ਵੱਡੀ ਮਸ਼ਕ ਹੋਏ। ਇਸ ਮਸ਼ਕ ਨਾਲ ਉੱਤਰਾਖੰਡ ਦੀ ਤਰਾਸਦੀ ਵਿੱਚ ਮਨੁੱਖੀ ਅਣਗਹਿਲੀ ਹੋਰ ਉੱਭਰ ਆਈ ਹੈ। ਮੱਧ ਪ੍ਰਦੇਸ਼ ਵਿੱਚ ਮਚੀ ਭਗਦੜ ਨੇ ਸਾਬਤ ਕਰ ਦਿੱਤਾ ਹੈ ਕਿ ਹਾਲਾਤ ਤਸੱਲੀ ਬਖਸ਼ ਨਹੀਂ ਨੇ। ओडिशा ਵਿੱਚ ਸਮੁੰਦਰੀ ਤੂਫਾਨ ਦੇ ਖਦਸ਼ੇ ਨਾਲ ਹੀ 1999 ਦੀਆਂ ਯਾਦਾਂ ਸੱਜਰੀਆਂ ਹੋ ਗਈਆਂ। ਉਸ ਵੇਲੇ ਤੂਫਾਨ ਨੇ ਓਡੀਸ਼ਾ ਦੇ ਸਮੁੰਦਰੀ ਤੱਟ ਨਾਲ ਲੱਗਦੇ ਇਲਾਕਿਆਂ ਵਿੱਚ ਭਿਆਨਕ ਤਬਾਹੀ ਮਚਾਈ ਸੀ। ਉਸ ਵੇਲੇ ਦੇ ਜਾਨੀ ਮਾਲੀ ਨੁਕਸਾਨ ਦਾ ਸੇਕ ਇੰਨੇ ਸਾਲਾਂ ਬਾਅਦ ਵੀ ਕਾਇਮ ਹੈ। ਉਸ ਵੇਲੇ ਦੇ ਉਜੜੇ ਲੋਕ ਹਾਲੇ ਤੱਕ ਤਾਬ ਨਹੀਂ ਆਏ। ਇਸ ਵਾਰ ਤੂਫਾਨ ਦੀ ਚੇਤਾਵਨੀ ਆਈ ਕਿ ਬੰਗਾਲ ਦੀ ਖਾੜੀ ਵਿੱਚੋਂ ਤੂਫਾਨ ਓਡੀਸ਼ਾ ਦੇ ਸਮੁੰਦਰੀ ਤੱਟ ਨਾਲ ਟਕਰਾ ਸਕਦਾ ਹੈ। 1999 ਵਿੱਚ ਇਸ ਤਰ੍ਹਾਂ ਦੀ ਚੇਤਾਵਨੀ ਸਮੇਂ ਸਿਰ ਨਹੀਂ ਦਿੱਤੀ ਗਈ ਸੀ। ਇਸ ਵਾਰ ਓਡੀਸ਼ਾ ਵਿੱਚ ਤੂਫਾਨ ਆਉਣ ਦੀ ਚੇਤਾਵਨੀ ਜਾਰੀ ਹੋਈ ਤਾਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੇਂਦਰ ਸਰਕਾਰ ਤੋਂ ਮਦਦ ਮੰਗਣ ਵਿੱਚ ਸਮਾਂ ਨਹੀਂ ਗਵਾਇਆ। ਜਦੋਂ 1999 ਵਿੱਚ ਓਡੀਸ਼ਾ ਵਿੱਚ ਤੂਫਾਨ ਨੇ ਤਰਥੱਲੀ ਮਚਾਈ ਸੀ ਤਾਂ ਤਤਕਾਲੀ ਮੁੱਖ ਮੰਤਰੀ ਗਿਰੀਧਰ ਗੋਮੰਗ ਨਜ਼ੂਮੀਆ ਦੀ ਸਲਾਹ ਲੈਣ ਵਿੱਚ ਲੱਗ ਗਏ ਸਨ। ਨਜ਼ੂਮੀ ਮੁੱਖ ਮੰਤਰੀ ਨੂੰ ਤੂਫਾਨ ਤੋਂ ਬਚਣ ਦੇ ਜੰਤਰ ਮੰਤਰ ਦੱਸਦੇ ਰਹੇ ਅਤੇ ਤੂਫਾਨ ਨੇ ਤਰਥੱਲੀ ਮਚਾ ਦਿੱਤੀ। ਇਸ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਮੇਂ ਸਿਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਸੰਪਰਕ ਕੀਤਾ ਤਾਂ ਆਫਤ ਦੀ ਵਿਉਂਤਬੰਦੀ ਲਈ ਬਣਾਇਆ ਗਿਆ ਹੰਗਾਮੀ ਬੰਦੋਬਸਤ ਸਰਗਰਮ ਹੋ ਗਿਆ। ਤਕਰੀਬਨ 9 ਲੱਖ ਲੋਕਾਂ ਨੂੰ ਤੂਫਾਨ ਦੇ ਖਦਸ਼ਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ। ਹੰਗਾਮੀ ਸੰਚਾਰ ਬੰਦੋਬਸਤ ਰਾਹੀਂ ਹਾਲਾਤ ਦਾ ਪੁਖਤਾ ਅੰਦਾਜ਼ਾ ਲੱਗਦਾ ਰਿਹਾ ਅਤੇ ਰਾਹਤ ਕਾਰਜਾਂ ਵਿੱਚ ਢੁਕਵਾਂ ਤਾਲਮੇਲ ਕਾਇਮ ਰਿਹਾ। ਤੂਫਾਨ ਦੇ ਮੱਠਾ ਪੈ ਜਾਣ ਤੋਂ ਬਾਅਦ ਲੋਕਾਂ ਨੇ ਘਰਾਂ ਨੂੰ ਪਰਤਣਾ ਸ਼ੁਰੂ ਕੀਤਾ। ਜਾਨੀ ਮਾਲੀ ਨੁਕਸਾਨ ਦਾ ਅੰਦਾਜ਼ਾ ਲੱਗਣਾ ਸ਼ੁਰੂ ਹੋਇਆ। ਤਸੱਲੀ ਬਖਸ਼ ਹੰਗਾਮੀ ਬੰਦੋਬਸਤ ਦੀ ਪੜਚੋਲ ਕਰਨ ਵਾਲੇ ਸੋਚ ਰਹੇ ਸਨ ਕਿ ਇਹਨਾਂ ਬੰਦੋਬਸਤਾਂ ਨੂੰ ਹੋਰ ਬਿਹਤਰ ਕਿਵੇਂ ਕੀਤਾ ਜਾ ਸਕਦਾ ਹੈ। ਅਜਿਹੇ ਤੂਫਾਨਾਂ ਦੇ ਖਦਸ਼ਿਆਂ ਵਾਲੇ ਇਲਾਕਿਆਂ ਵਿੱਚ ਇਮਾਰਤਾਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਮਾਲੀ ਨੁਕਸਾਨ ਵੀ ਘੱਟ ਤੋਂ ਘੱਟ ਹੋਵੇ। ਇਸੇ ਦੌਰਾਨ ਇਹ ਗੱਲ ਸ਼ੁਰੂ ਹੋ ਗਈ ਕਿ ਜੇ ਉੱਤਰਾਖੰਡ ਵਿੱਚ ਹੰਗਾਮੀ ਬੰਦੋਬਸਤ ਠੀਕ ਹੁੰਦੇ ਅਤੇ ਸਮੇਂ ਸਿਰ ਸਰਗਰਮ ਹੋ ਜਾਂਦੇ ਤਾਂ ਜਾਨੀ ਨੁਕਸਾਨ ਕਿੰਨਾ ਘੱਟ ਕੀਤਾ ਜਾ ਸਕਦਾ ਸੀ। ਇੰਨੀ ਦੇਰ ਵਿੱਚ ਮੱਧ ਪ੍ਰਦੇਸ਼ ਦੇ ਰਤਨਗੜ੍ਹ ਮੰਦਿਰ ਵਿੱਚ ਭਗਦੜ ਦੀ ਖਬਰ ਆ ਗਈ। ਜਿਸ ਜਾਨੀ ਨੁਕਸਾਨ ਤੋਂ ਓਡੀਸ਼ਾ ਵਿੱਚ ਬਚਾਅ ਕਰ ਲਿਆ ਗਿਆ ਜਾਪਦਾ ਸੀ ਉਹ ਮੱਧ ਪ੍ਰਦੇਸ਼ ਵਿੱਚ ਹੋ ਗਿਆ। ਅਜਿਹੀ ਭਗਦੜ ਨੂੰ ਹਾਦਸਾ ਕਿਵੇਂ ਮੰਨਿਆ ਜਾਵੇ? ਭੀੜ ਦਾ ਅੰਦਾਜ਼ਾ ਪਹਿਲਾਂ ਸੀ ਅਤੇ ਅਜਿਹੀ ਭੀੜ ਵਿੱਚ ਭਗਦੜ ਦਾ ਖਦਸ਼ਾ ਰਹਿੰਦਾ ਹੀ ਹੈ। ਜੇ ਪ੍ਰਸ਼ਾਸਨ ਨੇ ਸਮੇਂ ਸਿਰ ਢੁਕਵੇਂ ਬੰਦੋਬਸਤ ਕੀਤੇ ਹੁੰਦੇ ਤਾਂ ਇਸ ਤਰਾਸਦੀ ਤੋਂ ਬਚਿਆ ਜਾ ਸਕਦਾ ਸੀ। ਇਹ ਦਲੀਲ ਹਰ ਤਰਾਸਦੀ ਤੋਂ ਬਾਅਦ ਦਿੱਤੀ ਜਾਂਦੀ ਹੈ। ਆਖਰ ਸੋਚਣ ਦਾ ਸਵਾਲ ਇਹ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਆਵਾਮ ਦੀ ਜਾਨ ਨੂੰ ਅਹਿਮੀਅਤ ਕਿਉਂ ਨਹੀਂ ਦਿੰਦੇ। ਜਿੱਥੇ ਆਵਾਮ ਦੀ ਜਾਨ ਨੂੰ ਖਦਸ਼ਾ ਹੈ ਉੱਥੇ ਸਰਕਾਰੀ ਬੰਦੋਬਸਤ ਰਾਹੀਂ ਦਖਲ ਅੰਦਾਜ਼ੀ ਹੋਣੀ ਚਾਹੀਦੀ ਹੈ। ਸਵਾਲ ਇਹ ਬਣ ਗਿਆ ਹੈ ਕਿ ਅਸੀਂ ਆਫਤਾਂ ਨਾਲ ਨਜਿੱਠਣ ਲਈ ਓਡੀਸ਼ਾ ਨੂੰ ਆਪਣੇ ਮੁਲਕ ਦਾ ਨੁਮਾਇੰਦਾ ਮੰਨੀਏ ਜਾਂ ਮੱਧ ਪ੍ਰਦੇਸ਼ ਦੇ ਰਤਨਗੜ੍ਹ ਨੂੰ। ਕੁਦਰਤੀ ਆਫਤਾਂ ਜਾਂ ਹਾਦਸਿਆਂ ਤੋਂ ਬਚਣ ਲਈ ਕੀਤਾ ਗਿਆ ਬੰਦੋਬਸਤ ਅਹਿਮ ਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰਾਂ ਆਵਾਮ ਦੀ ਕਿੰਨੀ ਕੁ ਚਿੰਤਾ ਕਰਦੀਆਂ ਨੇ, ਆਵਾਮ ਦੇ ਜਾਨ ਮਾਲ ਲਈ ਕਿੰਨੀਆਂ ਕੁ ਸੰਜੀਦਾ ਨੇ। ਇੱਕ ਪਾਸੇ ਸਮੁੰਦਰੀ ਤੂਫਾਨ ਆਇਆ ਹੈ ਅਤੇ ਦੂਜੇ ਪਾਸੇ ਭਗਦੜ ਮਚੀ ਹੈ ਅਤੇ ਲਗਾਤਾਰ ਸੜਕ ਹਾਦਸੇ ਹੋ ਰਹੇ ਨੇ। ਸਮੁੰਦਰੀ ਤੂਫਾਨ, ਭਗਦੜ ਅਤੇ ਸੜਕ ਹਾਦਸਿਆਂ ਨੂੰ ਜੋੜਨ ਵਾਲੀਆਂ ਤੰਦਾਂ ਨੇ ਹੰਗਾਮੀ ਬੰਦੋਬਸਤ, ਰਾਹਤ ਕਾਰਜ ਅਤੇ ਹੰਗਾਮੀ ਵਿਉਂਤਬੰਦੀ। ਇਹਨਾਂ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਰਾਜ ਮਹਿਤਾ ਜੋ ਸਾਬਕਾ ਮੇਜਰ ਜਨਰਲ ਨੇ, ਸ਼ਸ਼ੀਕਾਂਤ ਜੋ ਸਾਬਕਾ ਡਾਇਰੈਕਟਰ ਜਨਰਲ ਨੇ ਪੰਜਾਬ ਪੁਲਿਸ ਦੇ, ਮੀਨਾਕਸ਼ੀ ਜੋ ਮਾਹਰ ਨੇ ਕੁਦਰਤੀ ਆਫਤ ਅਤੇ ਵਿਉਂਤਬੰਦੀ ਵਿੱਚ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਮੇਜਰ ਜਨਰਲ ਮਹਿਤਾ ਸਾਹਿਬ, ਮੈਂ ਤੁਹਾਤੋਂ ਇਹ ਪੁੱਛਣਾ ਚਾਹਾਂਗਾ ਕਿ ਜਿਹੜਾ ਇਸ ਵਾਰ ਉੜੀਸਾ ਦੇ ਵਿੱਚ ਜਿਸ ਕਿਸਮ ਦੀ ਪੂਰੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਇਹ ਐਗਜ਼ਾਮਪਲ ਹੈਗਾ ਕੋਆਰਡੀਨੇਸ਼ਨ ਤੇ ਸਿਨਰਜੀ ਦੇ ਅਸਰ ਦਾ। ਜੀ, ਕੁਝ ਮਹੀਨੇ ਪਹਿਲਾਂ ਜਿਹੜਾ ਤਮਾਸ਼ਾ ਹੋਇਆ ਸੀ ਉੱਤਰਾਖੰਡ 'ਚ, ਉਸ ਦੇ ਬਾਅਦ ਲੋਕਾਂ ਨੂੰ ਉਮੀਦ ਜ਼ਿਆਦਾ ਨਹੀਂ ਸੀ ਕਿ ਅਸੀਂ ਕਦੇ ਵੀ ਕੋਈ ਮੇਜਰ ਸਕੇਲ ਤੇ ਡਿਜ਼ਾਸਟਰ ਸਹੀ ਹੈਂਡਲ ਕਰ ਸਕਦੇ ਹਾਂ। ਪਰ ਜਿਸ ਕਿਸਮ ਦਾ ਬੰਦੋਬਸਤ ਇਸ ਟਾਈਮ ਹੋਇਆ ਹੈ, ਵੈਦਰ ਇਟ ਸਟਾਰਟਡ ਵਿਦ IMD ਮੈਟ ਡਿਪਾਰਟਮੈਂਟ ਜਾਂ ਸਟੇਟ ਦੀ ਜ਼ਿੰਮੇਵਾਰੀ ਜਿਹੜੀ ਪ੍ਰਾਇਮਰੀ ਜ਼ਿੰਮੇਵਾਰੀ ਬਣਦੀ ਹੈ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ, ਜਾਂ ਫਿਰ NDMA ਜਿਹਨੂੰ ਲੋਕ ਸੋਚਦੇ ਸੀ ਕਿ ਇਹ ਤਾਂ ਵੇਸਟਡ ਕਾਰਟ੍ਰਿਜ ਹੈਗਾ, ਖਾਲੀ ਕਾਰਤੂਸ ਹੈਗਾ। ਇਨ ਸਭਾ ਨੇ ਇਕੱਠਾ ਮਿਲ ਕੇ ਜਿਹੜਾ ਕੰਮ ਕੀਤਾ ਹੈ
ਉਸ ਕਰਕੇ 9.9 ਲੱਖ ਬੰਦਿਆਂ ਨੂੰ ਹਾਰਮਸ ਵੇ ਦੇ ਬਾਹਰ ਮਤਲਬ ਨੁਕਸਾਨ ਦੇ ਦਾਇਰੇ ਦੇ ਬਾਹਰ ਕੱਢਤਾ, ਜਿਹੜੀ ਇੱਕ ਬੜੀ ਅੱਛੀ ਅਚੀਵਮੈਂਟ ਹੈ ਜਿਹਦੀ ਤਾਰੀਫ ਕਰਨੀ ਚਾਹੀਦੀ ਹੈ। ਬਟ ਇਹ ਕਹਿਣ ਦੇ ਬਾਅਦ ਮੈਨੂੰ ਇਹ ਕਹਿਣਾ ਪਏਗਾ ਕਿ ਹਜੇ ਵੀ ਅਸੀਂ ਡਿਟੇਲ ਵਿੱਚ ਨਹੀਂ ਜਾਂਦੇ। ਮਤਲਬ ਅਗਰ ਤੁਸੀਂ ਨੋਟ ਕਰ ਲਓ ਕਿ ਜ਼ਿਆਦਾਤਰ 90% ਜਿਹੜੇ ਸ਼ੈਲਟਰਸ ਬਣਾਏ ਗਏ ਸੀ ਉਹਨਾਂ ਦੇ ਵਿੱਚ ਲਾਈਟਿੰਗ ਦਾ ਬੰਦੋਬਸਤ ਨਹੀਂ ਸੀਗਾ। ਜਿਹੜਾ ਪਰੇਸ਼ਾਨ ਬੰਦਾ ਆਪਣੇ ਬੱਚਿਆਂ ਨੂੰ, ਔਰਤਾਂ ਨੂੰ, ਸਮਾਨ ਨੂੰ ਲੈ ਕੇ ਪਹੁੰਚਿਆ ਤੁਹਾਡੇ ਕੋਲ, ਉਸ ਨੂੰ ਤੁਸੀਂ ਰੋਟੀ ਪਾਣੀ ਤਾਂ ਦੇ ਰਹੇ ਹੋ, ਬਟ ਬੇਸਿਕ ਸੁਵਿਧਾ ਦੇ ਉੱਤੇ ਧਿਆਨ ਹੋਣਾ ਚਾਹੀਦਾ ਹੈ। ਮੈਂ ਸੋਚਦਾ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਡਿਟੇਲ ਵਿੱਚ ਅਗਰ ਜਾਵਾਂਗੇ ਤੇ ਸਾਡਾ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਨੈਸ਼ਨਲ ਰਿਸਪੌਂਸ ਹੈ ਉਹ ਹਾਈ ਗ੍ਰੇਡ ਹੋਣਾ ਚਾਹੀਦਾ ਜੀ। ਮਤਲਬ ਕੁੱਲ ਮਿਲਾ ਕੇ ਇਹ ਹੈ ਕਿ ਪਿਛਲੀ ਵਾਰ ਨਾਲੋਂ ਇਹ ਬਿਹਤਰ ਰਿਹਾ, ਪਰ ਇਹਦੇ ਹੋਰ ਬਿਹਤਰ ਹੋਣ ਦੀ ਸੰਭਾਵਨਾ ਹੈਗੀ ਹੈ। ਬਿਲਕੁਲ ਜੀ, ਬਿਲਕੁਲ 100% ਜੀ। ਸ਼ਸ਼ੀਕਾਂਤ ਜੀ, ਇੱਕ ਪਾਸੇ ਜਦੋਂ ਆਪਾਂ ਡਿਜ਼ਾਸਟਰ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਸਿਰਫ ਜਿਹੜਾ ਇਸ ਤਰੀਕੇ ਨਾਲ ਭੁਚਾਲ ਆਇਆ ਹੋਇਆ ਜਾਂ ਤੂਫਾਨ ਆਇਆ ਇਹੀ ਨਹੀਂ, ਉਹਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਸ਼ਾਮਿਲ ਨੇ। ਹਲੇ ਆਪਾਂ ਇਸ ਗੱਲ ਦੀ ਗੱਲ ਕਰ ਹੀ ਰਹੇ ਸੀਗੇ ਕਿ 9 ਲੱਖ ਬੰਦਿਆਂ ਨੂੰ ਉੱਥੋਂ ਤੂਫਾਨ ਦੀ ਮਾਰ ਚੋਂ ਬਾਹਰ ਕੱਢ ਲਿਆ, ਜਿਹੜੀ ਕਿ ਬਹੁਤ ਵੱਡੀ ਇੱਕ ਪ੍ਰਾਪਤੀ ਹੈ। ਉਸੇ ਦੌਰਾਨ ਇੱਕ ਭਗਦੜ ਮਚ ਗਈ ਹੈ, ਉਸੇ ਦੌਰਾਨ ਇੱਕ ਵੱਡਾ ਸੜਕ ਹਾਦਸਾ ਰਾਜਸਥਾਨ ਦੇ ਵਿੱਚ ਵਾਪਰ ਗਿਆ। ਇਹਨੂੰ ਸਾਰੇ ਹਾਲਾਤ ਨੂੰ ਕਿਵੇਂ ਦੇਖਿਆ ਜਾਵੇ? ਜੁੜਦੀਆਂ ਨੇ ਇਹ ਗੱਲਾਂ ਆਪਸ ਦੇ ਵਿੱਚ? ਕੁਝ ਸਾਰੀ ਗੱਲਾਂ ਜਿਹੜੀ ਤੁਸੀਂ ਕਹੀ ਹੈਗੀਆਂ ਨੇ ਜੁੜਦੀਆਂ ਨੇ। ਜਿਹੜਾ ਮੈਨੇਜਮੈਂਟ ਹੈਗਾ, ਡਿਜ਼ਾਸਟਰ ਮੈਨੇਜਮੈਂਟ, ਇਹ ਚਾਹੇ ਮੈਨ ਮੇਡ ਹੈਗਾ ਹੈ ਚਾਹੇ ਨੈਚੁਰਲ ਹੈਗਾ, ਦੋਵੇਂ ਟਾਈਪ ਦੇ ਹੈਗੇ ਨੇ। ਦੋਵਾਂ ਨੂੰ ਕੰਟਰੋਲ ਕਰਨ ਲਈ ਸਾਰਿਆਂ ਤੋਂ ਜ਼ਿਆਦਾ ਜਿਹੜਾ ਸਾਰਿਆਂ ਤੋਂ ਵੱਡੀ ਇੰਪੋਰਟੈਂਟ ਚੀਜ਼ ਨਜ਼ਰ 'ਚ ਆਉਂਦੀ ਹੈਗੀ ਹੈ, ਜਿਹੜੇ 'ਚ ਮੇਰੇ ਖਿਆਲ 'ਚ ਸਾਰਿਆਂ ਤੋਂ ਜ਼ਿਆਦਾ ਐਮਫੈਸਿਸ ਹੋਣਾ ਚਾਹੀਦਾ ਹੈਗਾ, ਉਹ ਹੈਗਾ ਹੈ ਸੈਂਟਰਲ ਗਵਰਨਮੈਂਟ ਅਤੇ ਸਟੇਟ ਗਵਰਨਮੈਂਟਸ ਦੇ ਵਿਚਕਾਰ ਆਪਸੀ ਜਿਹੜਾ ਤਾਲਮੇਲ ਹੈਗਾ। ਠੀਕ ਹੈ, ਚਾਹੇ ਪੋਲੀਟੀਕਲ ਪਾਰਟੀਆਂ ਵੱਖ ਹੋਣ, ਪਰ ਜੇ ਉਹਨਾਂ ਦੇ ਵਿਚਕਾਰ ਤਾਲਮੇਲ ਨਹੀਂ ਹੈਗਾ ਹੈ ਤਾਂ ਡਿਜ਼ਾਸਟਰ ਮੈਨੇਜਮੈਂਟ ਦੀ ਪੋਸੀਬਿਲਿਟੀ ਨਹੀਂ ਹੁੰਦੀ ਹੈਗੀ। ਇਹ ਜਿਹੜਾ ਉੜੀਸਾ 'ਚ ਹੋਇਆ, ਪਹਿਲੇ ਉਹਨਾਂ ਦਾ ਮੈਨੇਜਮੈਂਟ ਚੰਗਾ ਹੋਇਆ, ਇਨਫੋਰਮੇਸ਼ਨ ਟਾਈਮਲੀ ਮਿਲ ਗਈ, ਦੋਵਾਂ ਦਾ ਕੋਆਰਡੀਨੇਸ਼ਨ ਚੰਗਾ ਹੋਇਆ। ਕੋਈ ਵੀ ਗਵਰਨਮੈਂਟਸ ਜਦੋਂ ਕੋਈ ਰਾਸ਼ਟਰੀ ਹਿੱਤ ਦੀ ਗੱਲ ਹੁੰਦੀ ਹੈਗੀ ਹੈ ਉਹਦੇ 'ਚ ਕਦੇ ਪਿੱਛੇ ਨਹੀਂ ਹਟਦੀ, ਚਾਹੇ ਕੋਈ ਵੀ ਸਰਕਾਰਾਂ ਹੋਣ। ਸਾਰਿਆਂ ਨਾਲੋਂ ਜ਼ਿਆਦਾ ਜ਼ਰੂਰੀ ਗੱਲ ਹੈਗੀ ਹੈ, ਜੇ ਤੁਹਾਨੂੰ ਡਿਜ਼ਾਸਟਰ ਮੈਨੇਜਮੈਂਟ ਚਾਹੀਦਾ ਹੈਗਾ, ਵੈਦਰ ਇਟਸ ਮੈਨ ਮੇਡ ਜਾਂ ਨੈਚੁਰਲ, ਉਹਦੇ ਵਿੱਚ ਜਦੋਂ ਤੱਕ ਪ੍ਰੋਪਰ ਕੋਆਰਡੀਨੇਸ਼ਨ ਨਹੀਂ ਹੈਗਾ ਹੈ ਉਸ ਵੇਲੇ ਤੱਕ ਕੰਮ ਨਹੀਂ ਹੋ ਸਕਦਾ। ਮੈਂ ਭੋਪਾਲ ਦਾ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦੀ ਗੱਲ ਸੀ, ਜਦੋਂ ਗੈਸ ਟ੍ਰੈਜਡੀ ਉੱਥੇ ਹੋਈ ਸੀ, ਉਸ ਵੇਲੇ ਮੈਨੂੰ ਉੱਥੇ ਭੇਜਿਆ ਗਿਆ ਸੀ। ਸੋ ਆਈ ਨੋ ਅਬਾਊਟ ਦੈਟ ਵਾਜ਼ ਅ ਟੋਟਲ ਫੇਲਿਅਰ, ਬਿਕੋਜ਼ ਉਹਦੇ ਵਿੱਚ ਹਾਲਾਂਕਿ ਉਹ ਸਟੇਟ ਦੇ ਵਿੱਚ ਅਤੇ ਗਵਰਨਮੈਂਟ ਆਫ ਇੰਡੀਆ ਸੇਮ ਸਰਕਾਰਾਂ ਸਨ, ਬਟ ਦੇयर ਵਾਜ਼ ਨੋ ਕੋਆਰਡੀਨੇਸ਼ਨ ਐਟ ਆਲ। ਬਟ ਜਦੋਂ ਪ੍ਰਾਇਰ ਇਨਫੋਰਮੇਸ਼ਨ ਮਿਲ ਜਾਂਦੀ ਹੈਗੀ ਹੈ ਐਂਡ ਦੇयर ਇਜ਼ ਕੋਆਰਡੀਨੇਸ਼ਨ ਐਟ ਪ੍ਰੋਪਰ ਲੈਵਲ, ਉਹਦੇ ਬਾਅਦ ਕੋਈ ਸਮੱਸਿਆ ਜਿਹੜੀ ਹੈਗੀ ਨਹੀਂ ਆਉਂਦੀ ਹੈਗੀ। ਜਿਸ ਤਰ੍ਹਾਂ ਗਲਫ ਵਾਰ ਦੇ ਟਾਈਮ ਅਸੀਂ ਲੋਕਾਂ ਨੂੰ ਕੱਢਿਆ ਬਾਹਰੋਂ, ਉਸ ਵੇਲੇ ਵੀ ਇਹੀ ਸੀ, ਦੇयर ਵਾਜ਼ ਪ੍ਰੋਪਰ ਕੋਆਰਡੀਨੇਸ਼ਨ ਇਨ ਆਲ ਦ ਵਿੰਗਸ within all the things. When I say not only government departments but police, army, air force, navy, ਬਾਕੀ ਹੋਰ ਵੀ ਜਿਹੜੇ ਸੈਂਟਰਲ ਪੈਰਾਮਿਲਟਰੀ ਫੋਰਸਿਸ ਹੈਗੇ, ਸਾਰਿਆਂ ਦੇ ਵਿਚਕਾਰ ਇੱਕ ਕੋਆਰਡੀਨੇਸ਼ਨ ਦੀ ਲੋੜ ਹੈਗੀ ਹੈ। ਜਦੋਂ ਤੱਕ ਕੋਆਰਡੀਨੇਸ਼ਨ ਨਹੀਂ ਹੋਏਗਾ, ਕੋਈ ਵੀ ਇਨਸੀਡੈਂਟ ਜਦੋਂ ਹੁੰਦਾ ਹੈਗਾ ਉਹਨੂੰ ਸਾਹਮਣਾ ਔਖਾ ਹੋ ਜਾਂਦਾ, ਖਾਸ ਕਰ ਇਸ ਤਰ੍ਹਾਂ ਦਾ ਇਨਸੀਡੈਂਟ ਜਿਹੜਾ ਕਿ ਇੱਕ ਫੌਰੀ ਤੌਰ ਤੇ ਹੋਇਆ ਹੋਏ। ਜੀ, ਇੱਕ ਤਾਂ ਗੱਲ ਹੋ ਗਈ ਕਿ ਜਿਵੇਂ ਇਸ ਕਿਸਮ ਦਾ ਕੁਦਰਤੀ ਆਫਤ ਕੋਈ ਆ ਰਹੀ ਹੈ, ਸਮੁੰਦਰ ਦੇ ਵਿੱਚ ਤੂਫਾਨ ਆ ਰਿਹਾ, ਉਹਦੇ ਲਈ ਤੁਹਾਨੂੰ ਇੱਕ ਐਡਵਾਂਸ ਜਿਹੜੀ ਜਾਣਕਾਰੀ ਚਾਹੀਦੀ ਹੈ, ਜਿਸ ਤੋਂ ਬਾਅਦ ਜੋ ਤੁਹਾਡੇ ਕੋਲ ਬੰਦੋਬਸਤ ਹੈਗਾ ਤੁਸੀਂ ਉਹਨੂੰ ਹੀ ਸਰਗਰਮ ਕਰਨਗੇ, ਉਸੇ ਵੇਲੇ ਤਾਂ ਬੰਦੋਬਸਤ ਨਹੀਂ ਕਰਨਗੇ। ਦੂਜੀ ਗੱਲ ਇਹ ਹੈ ਕਿ ਜਿਸ ਮਾਮਲਿਆਂ ਦੇ ਵਿੱਚ ਜਿਨ੍ਹਾਂ ਥਾਵਾਂ ਦੇ ਉੱਤੇ ਖਦਸ਼ਾ ਹੈ ਕਿ ਇੱਥੇ ਕੁਝ ਹੋ ਸਕਦਾ, ਜਿਵੇਂ ਭੀੜ ਦੇ ਵਿੱਚ ਭਗਦੜ ਮੱਚੀ ਹੈ, ਉੱਥੇ ਤੇ ਸਿਰਫ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਦੀ ਹੀ ਜ਼ਿੰਮੇਵਾਰੀ ਤੈਅ ਕੀਤੀ ਜਾਏਗੀ, ਉਹਦੀ ਜ਼ਿੰਮੇਵਾਰੀ ਹੈ। ਬਟ ਉੱਥੇ ਪ੍ਰਾਇਰ ਜਿਹੜਾ ਹੈਗਾ ਇੱਕ ਇੰਟੈਲੀਜੈਂਸ ਵੀ ਕੋਈ ਚੀਜ਼ ਹੁੰਦੀ ਹੈ। ਰਤਨਗੜ੍ਹ ਦੇ ਵਿੱਚ ਪਹਿਲੇ ਵੀ ਹੋ ਚੁੱਕਿਆ ਸੀ, ਜਦੋਂ ਕੁੰਭ ਮੇਲੇ 'ਚ ਹੋਇਆ ਪਹਿਲੇ ਵੀ ਹੋ ਚੁੱਕਿਆ ਸੀ। ਦੇयर ਹੈਜ਼ ਟੂ ਬੀ ਪ੍ਰੋਪਰ ਅਵੇਅਰਨੈਸ, ਔਰ ਉਸ ਅਵੇਅਰਨੈਸ ਨੂੰ ਵੇਖਦੇ ਹੋਏ ਪਹਿਲੇ ਪ੍ਰੋਪਰ ਕੋਆਰਡੀਨੇਸ਼ਨ ਕਰਕੇ ਜਿਹੜੀ ਸੁਰੱਖਿਆ ਮਸ਼ੀਨਰੀ ਹੈਗੀ ਹੈ, ਦੈਟ ਹੈਜ਼ ਟੂ ਬੀ ਬ੍ਰੌਟ ਇਨ ਪਲੇਸ ਐਂਡ ਕੈਪਟ ਇਨ ਪਲੇਸ ਐਂਡ ਐਨਸ਼ੋਰਡ ਦੈਟ ਕਿ ਉਹਦੇ ਜਿਹੜਾ ਨੁਕਸਾਨ ਹੋਣਾ ਹੈਗਾ ਜਾਂ ਤੇ ਹੋਈ ਨਾ, ਜੇ ਗੋਡ ਫੋਰਬਿਡ ਹੁੰਦਾ ਵੀ ਹੈਗਾ ਤਾਂ ਬੇਅਰ ਮਿਨੀਮਮ ਹੋਏ। ਜੀ, ਜਿੱਥੇ ਇੱਕ ਵਾਰ ਪਹਿਲਾਂ ਹਾਦਸਾ ਹੋ ਚੁੱਕਿਆ, ਭਗਦੜ ਮਚ ਚੁੱਕੀ, ਜਿੱਥੇ ਇਹ ਪਤਾ ਹੈ ਕਿ ਇੱਥੇ ਜ਼ਿਆਦਾ ਲੋਕਾਂ ਨੇ ਆਉਣਾ ਹੈ, ਉਹਦੇ ਲਈ ਤਾਂ ਕੀ ਬੰਦੋਬਸਤ ਕਰਨ ਦੀ ਲੋੜ ਹੈ, ਇਹਦੇ ਲਈ ਤਾਂ ਕਿਸੇ ਦਾ ਹੁਕਮ ਉਡੀਕਣ ਦੀ ਲੋੜ ਨਹੀਂ ਹੈ। ਬਿਲਕੁਲ ਠੀਕ ਹੈਗਾ। ਜੇ ਨਹੀਂ ਹੁੰਦਾ ਤੇ ਕਿੱਥੇ ਗੜਬੜ ਹੈ? ਕਿਉਂਕਿ ਤੁਸੀਂ ਆਪ ਜਿਵੇਂ ਪੰਜਾਬ ਦੇ ਵਿੱਚ ਤੁਸੀਂ ਰਹੇ ਹੋ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ, ਜੇ ਪੰਜਾਬ ਨੂੰ ਦੇਖਿਆ ਜਾਵੇ ਕਿ ਸਾਡੀ ਕਿੰਨੀ ਤਿਆਰੀ ਹੁੰਦੀ ਹੈ, ਕਿਸੇ ਕਿਸਮ ਦੇ ਹਾਦਸਿਆਂ ਦਾ ਸਾਨੂੰ ਖਦਸ਼ਾ ਹੁੰਦਾ, ਤਾਂ ਤੁਸੀਂ ਕੀ ਕਹੋਗੇ? ਜੇ ਸਟੇਟ ਲੈਵਲ ਦੇ ਡਿਜ਼ਾਸਟਰ ਮੈਨੇਜਮੈਂਟ ਦੀ ਗੱਲ ਕਰੋ, ਸਟੇਟ ਦੇ ਡਿਜ਼ਾਸਟਰ ਮੈਨੇਜਮੈਂਟ ਪਲਾਨਸ ਮੈਂ ਕਾਫੀ ਸਮੇਂ ਤੱਕ ਡੀਲ ਕਰਦਾ ਰਿਹਾ ਹੈਗਾ ਐਜ਼ ADGP ਇੰਟੈਲੀਜੈਂਸ, ਤੇ ਉਹਦੇ ਬਾਅਦ when I was DGP in Home Guards for a while, ਸਟੇਟ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਦੀ ਗੱਲ ਆਉਂਦੀ ਹੈਗੀ ਹੈ, nobody looks at the plans। ਜਿੱਥੋਂ ਵੀ ਪਲਾਨ ਆਉਂਦਾ ਹੈਗਾ ਉਹਦੇ 'ਚ ਇਹੀ ਆਉਂਦਾ, ਬਿਕੋਜ਼ ਵੀ ਕੋਆਰਡੀਨੇਟ, ਆਰਮੀ ਵੱਲੋਂ ਵੀ ਆਉਂਦਾ ਹੈਗਾ, 에ਅਰ ਫੋਰਸ ਵੱਲੋਂ ਵੀ ਆਉਂਦਾ ਹੈਗਾ, ਬਾਕੀ ਗਵਰਨਮੈਂਟ ਡਿਪਾਰਟਮੈਂਟ ਸਾਰੇ ਵੱਲੋਂ ਆਉਂਦਾ ਹੈ। ਵੀ ਜਸਟ ਸੇ ਓਕੇ ਅਪਰੂਵਡ,
ਪਰ ਉਸ ਵੇਲੇ ਸਾਡਾ ਐਮਫੈਸਿਸ ਹੁੰਦਾ ਹੈਗਾ ਕਿ ਇਹ ਪੈਸਾ ਜਿਹੜਾ ਗਵਰਨਮੈਂਟ ਆਫ ਇੰਡੀਆ ਤੋਂ ਆ ਰਿਹਾ ਹੈਗਾ ਇਹਨੂੰ ਕਿਸ ਤਰੀਕੇ ਨਾਲ ਪੂਰੇ ਪਲਾਨ ਤਰੀਕੇ ਨਾਲ ਮਿਸਯੂਟੀਲਾਈਜ਼ ਕੀਤਾ ਜਾ ਸਕਦਾ ਹੈਗਾ। ਸਾਨੂੰ ਇੰਨੀ ਕੁਰਸੀਆਂ ਚਾਹੀਦੀਆਂ ਨੇ, ਸਾਨੂੰ ਇੰਨੀ ਮੇਜ਼ਾਂ ਚਾਹੀਦੀਆਂ ਨੇ, ਸਾਨੂੰ ਇੰਨੇ ਕੈਸ਼ ਚਾਹੀਦਾ ਹੈਗਾ, ਸਾਨੂੰ ਇੰਨੇ ਕੁਰਸੀਆਂ ਕੰਪਿਊਟਰ ਚਾਹੀਦੇ ਨੇ, ਇੰਨੀ ਗੱਡੀਆਂ ਚਾਹੀਦੀਆਂ। ਨੋਬਡੀ ਹੈਜ਼ ਐਵਰ ਲੁਕਡ ਇਨਟੂ ਦ ਸਟੇਟ ਲੈਵਲ ਦੇ ਜਿਹੜੇ ਮੈਨੇਜਮੈਂਟ ਪਲਾਨਸ ਹੈਗੇ ਨੇ ਉਹਨਾਂ ਦੇ ਅਪਰੂਵਲ ਦੇ ਵਿੱਚ, ਜਿਹਦੀ ਅਪਰੂਵਲ ਅਲਟੀਮੇਟ ਚੀਫ ਸੈਕਟਰੀ ਦੀ ਹੁੰਦੀ ਹੈਗੀ ਹੈ। ਬਟ ਚੀਫ ਸੈਕਟਰੀ ਦੇ ਕੋਲ ਜਾਂਦਾ ਹੀ ਨਹੀਂ ਹੈਗਾ, ਉਹਦਾ ਅੰਡਰ ਸੈਕਟਰੀ ਜਿਹੜਾ ਹੈਗਾ ਉਹਦੇ ਘੁੱਗੀ ਮਾਰ ਦਿੰਦਾ ਹੈਗਾ ਕਿ ਠੀਕ ਹੈ ਇਟਸ ਅਪਰੂਵਡ, ਸਾਰੇ ਪਾਸੋਂ ਆਇਆ ਹੈਗਾ। ਦੇयर इज ਕੋਈ ਪਲੈਨਿੰਗ ਨਹੀਂ ਹੈਗੀ, ਉਹਦੇ 'ਚ ਕੋਈ ਵਿਚਾਰ ਨਹੀਂ ਹੁੰਦਾ, ਕੋਈ ਵਟਾਂਦਰਾ ਨਹੀਂ ਹੁੰਦਾ। ਲੋੜ ਹੋਏਗੀ ਇਹਦੇ 'ਚ ਹੈਗੀ ਹੈ, ਜਿੰਨੀ ਵੀ ਅਥਾਰਟੀਜ਼ ਵੱਲੋਂ ਆਇਆ ਹੈਗਾ, ਚਾਹੇ ਆਰਮੀ ਵੱਲੋਂ ਆਇਆ ਹੈਗਾ, ਪੁਲਿਸ ਵੱਲੋਂ ਆਇਆ, ਕਿਸ ਵੇਲੇ देयर शुड बी अ मीटिंग, ਉਹਦੇ ਸਾਰੇ ਬੈਕ ਉਹਦੇ ਵਿਚਾਰਨ ਕਿ ਇਹਦੇ 'ਚ ਕੀ ਲੋੜ ਹੈਗੀ ਹੈ, ਕੀ ਸਾਨੂੰ ਚਾਹੀਦਾ ਹੈ, ਕਿਸ ਤਰ੍ਹਾਂ ਸਾਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਬਟ देयर इज नो प्लानिंग एट ऑल। दुख की गल हैगी। मीनाक्षी, आप अक्सर जब भी शो में आते हो इसी मुद्दे पे हम बात करते हैं, तो आपका एक सवाल जो आप अक्सर करती हैं कि हमें जितने दरकार बंदोबस्त थे उतने नहीं थे। इस बार उड़ीसा में काफ़ी बेहतर बंदोबस्त था, लेकिन तुरंत जो मध्य प्रदेश में हुआ उससे वो सारा अनडन हो गया। आप क्या कहोगे इस? आपने एनडीआरएफ बुला लिया है, आपने मींस स्टेट लेवल पे बहुत अच्छा वर्क किया उन्होंने, बट आप कम्युनिटी मींस जो इंडिविजुअली उन लोगों को नॉलेज नहीं थी, भगदड़ क्यों मची? क्योंकि उन्हें पता ही नहीं था कि हमें उस समय पे बिहेव कैसे करना है। अब सब आर्मी वाले लोगों को बुला लोगे, पुलिस वालों को बुला, वो आपको सेव कर देंगे, बट एक इंडिविजुअली एक नॉलेज होनी चाहिए, एक कम्युनिटी लेवल पे नॉलेज होनी चाहिए, उसकी बहुत कमी थी। अगर अदरवाइज ऐसा कुछ होता तो हमें पता है कि अच्छा हमें ऐसे बिहेव करना है, बट उस टाइम पे नॉलेज ही नहीं थी उन लोगों की हमें बिहेव कैसे करना है, कि नहीं ऐसा कुछ हो तो हमें भागना नहीं है। अब ये तो कोई अफसर आके आपको नहीं समझाएगा ना आप ये करो, तो एक इंडिविजुअल लेवल पे, एक कम्युनिटी लेवल, एक ग्राउंड लेवल पे आपको नॉलेज होनी ज़रूरी है, जिसकी यहाँ पे अभी मैं ये बोलूँगी कि हाँ इसकी कमी अभी है। ठीक है, आपने फोर्स काफ़ी अच्छी कर दी है, एनडीआरएफ भी काफ़ी अच्छी है, आपने काफ़ी सेव कर दिया, बट आपको एक कम्युनिटी लेवल पे, एक ग्राउंड लेवल पे नॉलेज होनी चाहिए जो कि लोगों को नहीं है। जी, जैसे अभी अगर हम उड़ीसा का जो एग्जांपल उसको स्टडी करें तो उसमें बहुत सारी बातें हैं कि जब एक आप बेटर परफॉर्म करते हो तो उसके बाद सोचते हो कि इससे बेटर कैसे परफॉर्म किया जा सकता है। मतलब जो वहाँ पर इवैक्यूएशन हुआ, मोर देन 9 लाख लोगों को वहाँ से इवैक्यूएट किया गया, अभी लोग वापस जाना शुरू हुए हैं। अभी कौन कौन सी बातें हैं जहाँ पर आपको लगता है कि इनके ऊपर जो परफॉर्मेंस बेहतर हो सकती है, जहाँ अगली बार इन बातों का ज़्यादा ध्यान रखना चाहिए? इवैक्यूएशन कर लिया, अभी सिर्फ अभी मतलब कि फोर्सेस ने बहुत अच्छा वर्क किया, बट अभी लोगों को फिलहाल अभी खुद नहीं पता कि उन्हें खुद कैसे वर्क करना है, कि जब कुछ ऐसा हो जाए मीन्स हमेशा फोर्स नहीं होंगी आपके पास। और इस टाइम पे मीन्स मेट्रोलॉजिकल डिपार्टमेंट ने बहुत अच्छा वर्क किया, बट हमेशा करे ज़रूरी नहीं है, प्रिडिक्शन उनकी हमेशा सही हो, इसलिए आपको खुद भी इंडिविजुअली मीन्स अब बात आती है फोर्स अच्छी है हमारी, मीन्स इस बार सरकार ने काफ़ी अच्छा किया, बट एक इंडिविजुअली अब हमें वर्क करना है, मीन्स अब हमें गवर्नमेंट पे डिपेंड नहीं होना है, हमें खुद कैसे करना है, खुद अपने आप को कैसे सेव करना है। गूगल्स पे भी कई सारी वेबसाइट्स हैं जिसे बताया कि आपको कोई अब कहाँ पे आपको शेल्टर मिल सकता है, मीन्स अच्छा है, इम्प्रूव है, बट अभी अब हमें इंडिविजुअली वर्क करना बाकी है। जैसे शेल्टर वाला मुद्दा है, कहाँ पर है और अगर किस हालत में आपको किन हालात में किस तरफ जाना है, ये सब कम्युनिटी को पता होना चाहिए। सर, मींस कम्युनिटी एक इंडिविजुअल, अब हमें इंडिविजुअली कंसंट्रेट करना चाहिए कि हमें इंडिविजुअली कैसे वर्क कर सकते हैं अगर कुछ ऐसा हो जाए, हम फोर्स पे ना डिपेंड रहें। मे बी उन्हें भी टाइम आने जाने में टाइम लगता है, बहुत सारा चीज़ें होती है, बट अब हमें इंडिविजुअली हमें फोकस करना चाहिए, तभी इंप्रूव कर सकते हैं। जी, मेहता साहब ਤੁਸੀਂ ਕੁਝ ਕਹਿਣ ਲੱਗੇ ਸੀ? ਮੈਂ ਇਸ ਗੱਲ ਨੂੰ ਐਮਫਸਾਈਜ਼ ਕਰਨਾ ਚਾਹੁੰਦਾ ਸੀ ਜੀ ਕਿ ਜਿਹੜੀ ਗੱਲਬਾਤ ਹੋਈ ਹੈ ਤੁਹਾਡੇ ਤੇ ਮੀਨਾਕਸ਼ੀ ਮੈਡਮ ਦੇ ਵਿੱਚ, ਉਸ ਦਾ ਬਹੁਤ ਗਹਿਰਾ ਮਤਲਬ ਨਿਕਲਦਾ ਹੈ ਜੀ। ਇੱਕ ਤਰਫੋਂ ਤੁਸੀਂ ਕ੍ਰੈਡਿਟ ਲੈ ਸਕਦੇ ਹੋ ਕਿ 9 ਲੱਖ ਲੋਕਾਂ ਨੂੰ ਤੁਸੀਂ ਇਵੈਕੂਏਟ ਕਰਕੇ ਕਿਸੇ ਸੇਫ ਜਗ੍ਹਾ ਲੈ ਗਏ ਜੀ, ਤੇ ਉਹਨਾਂ ਨੂੰ ਤੁਸੀਂ ਉਸ ਜਗ੍ਹਾ ਰੱਖਿਆ ਜੀ। ਪਰ ਇਨ ਦ ਮੀਨ ਟਾਈਮ ਜਿਹੜਾ ਨੁਕਸਾਨ ਤੂਫਾਨ ਨੇ ਕਰਨਾ ਸੀ ਉਹ ਤਾਂ ਹੋ ਗਿਆ ਜੀ। ਪ੍ਰੋਬਲਮ ਇਹ ਹੈਗੀ ਕਿ ਨੁਕਸਾਨ ਦੇ ਬਾਰੇ ਦੋ ਲੋਕਾਂ ਨੂੰ ਨਹੀਂ ਪਤਾ, ਇੱਕ ਤਾਂ ਐਸਟੈਬਲਿਸ਼ਮੈਂਟ ਨੂੰ ਖੁਦ ਨਹੀਂ ਪਤਾ ਜੀ, ਇੱਕ ਜਿਨ੍ਹਾਂ ਦਾ ਘਰ ਬਰਬਾਦ ਹੋ ਗਿਆ ਉਹਨਾਂ ਨੂੰ ਵੀ ਨਹੀਂ ਪਤਾ ਜੀ। ਤੇ ਕਿਹੜੇ ਸੈਟ ਆਫ ਸਰਕਮਸਟੈਂਸਸ ਹੈਗੇ ਜਿਹਦੇ ਵਿੱਚ ਤੁਸੀਂ ਡਿਸਾਈਡ ਕਰਦੇ ਹੋ ਕਿ ਹੁਣ ਤੂਫਾਨ ਮੁੱਕ ਗਿਆ, ਉਹ ਹੁਣ ਛੱਤੀਸਗੜ੍ਹ ਵਿੱਚ ਜਾਂ ਹੋਰ ਕਿਸੇ ਜਗ੍ਹਾ ਜਾ ਕੇ ਤੂਫਾਨ ਕਰ ਰਿਹਾ, ਤੁਸੀਂ ਹੁਣ ਘਰ ਚਲੇ ਜਾਓ। ਕਿਹੜੇ ਘਰ ਚਲੇ ਜਾਓ? ਘਰ ਬਚਿਆ ਹੀ ਨਹੀਂ ਜੀ, ਖੇਤ ਚਲਾ ਗਿਆ, ਬਰਬਾਦੀ ਹੋ ਗਈ, ਕੁਝ ਹੋ ਗਿਆ। ਮਤਲਬ ਅਪ ਟੂ ਡੇਟ ਇਨਫੋਰਮੇਸ਼ਨ ਦਾ ਜਿਹੜਾ ਟ੍ਰਾਂਸਫਰੈਂਸ ਹੈਗਾ ਜੀ, ਪਲੱਸ ਜ਼ਿੰਮੇਵਾਰੀ ਜੀ, ਨਾ ਸਟੇਟ ਦਾ ਕੰਮ ਖਤਮ ਨਹੀਂ ਹੋ ਜਾਂਦਾ, ਜਾਨ ਬਚਾ ਕਰਕੇ ਜਾਨ ਨੂੰ ਜੀਣਾ ਵੀ ਹੈਗਾ। ਤੁਸੀਂ ਘਰ ਵਾਪਸ ਭੇਜਦਾ ਛੱਤੀ ਨਹੀਂ। ਇਹਦੇ ਵਿੱਚ ਕਿਊਬਾ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਕਿਊਬਾ ਦੇ ਵਿੱਚ ਜਦੋਂ ਬੰਦਿਆਂ ਨੂੰ ਇਵੈਕੂਏਟ ਕਰਕੇ ਬਾਹਰ ਲੈ ਕੇ ਜਾਂਦੇ ਨੇ, ਉਹ ਤੋਂ ਬਾਅਦ ਜਦੋਂ ਤੂਫਾਨ ਚਲਾ ਗਿਆ ਜੀ,
ਪਹਿਲਾਂ ਜਾ ਕੇ ਸਰਕਾਰੀ ਮਹਿਕਮਾ ਉਹਨਾਂ ਦੇ ਪੁਰਾਣੇ ਘਰਾਂ ਨੂੰ ਜਾ ਕੇ ਦੇਖਦਾ ਕਿ ਇਹ ਰਹਿਣ ਲਾਇਕ ਨੇ, ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਜਿਹੜੇ ਆਰਜੀ ਘਰਾਂ ਦੇ ਵਿੱਚ ਜਿੱਥੇ ਤੁਹਾਨੂੰ ਰੱਖਿਆ ਗਿਆ ਸੀ, ਜਿੱਥੇ ਤੁਹਾਨੂੰ ਪਨਾਹ ਦਿੱਤੀ ਗਈ ਸੀ, ਉੱਥੋਂ ਆਪਣੇ ਪੱਕੇ ਘਰਾਂ 'ਚ ਵਾਪਸ ਜਾ ਸਕਦੇ ਹੋ। ਘਰਾਂ ਵਿੱਚ ਵਾਪਸ ਜਾਓ, ਅਗਰ ਕੋਈ ਪ੍ਰੋਬਲਮ ਹੈਗੀ ਤਾਂ ਮਟੀਰੀਅਲ ਕੰਸਟਰਕਸ਼ਨ ਦਾ ਹੋਣਾ ਚਾਹੀਦਾ ਹੈ ਪ੍ਰੀ ਪਲੇਸਡ, ਉਸ ਦੇ ਬਾਅਦ ਰੋਟੀ ਪਾਣੀ ਹੋਣੀ ਚਾਹੀਦੀ ਹੈ, ਨਹੀਂ ਤਾਂ ਉਸ ਟਾਈਮ ਦੇ ਵਾਸਤੇ for the duration of that period of time ਤੁਸੀਂ ਉਸ ਨੂੰ ਆਪਣੇ ਲਾਗੇ ਰੱਖੋ। keep the concerned people within the same shelter which give them protection from the storm। ਇੱਕ ਗੱਲ ਇਹ ਹੈਗਾ ਕਿ thinking through ਸਾਡੇ ਇੰਡੀਅਨ DNA ਵਿੱਚ ਸ਼ਾਇਦ ਨਹੀਂ ਹੈਗਾ ਜੀ, ਅਗਰ ਹੈਗਾ ਤਾਂ ਬਹੁਤ ਕਮ ਦਿਸਦਾ ਹੈ। ਥਿੰਕਿੰਗ ਥਰੂ ਦਾ ਇੰਪਲੀਕੇਸ਼ਨ ਇਹ ਹੈਗਾ ਕਿ ਤੁਸੀਂ A ਤੋਂ ਸਟਾਰਟ ਕਰਕੇ Z ਤੱਕ ਜਾਓ ਕਿ ਪੂਰੀ ਸੀਕੁਐਂਸ ਕਿਵੇਂ ਬਣੂਗੀ, ਤੇ Z ਤੱਕ ਪਲੈਨਿੰਗ ਕਰਕੇ ਤੁਸੀਂ ਕ੍ਰੈਡਿਟ ਲੈ ਸਕਦੇ ਹੋ ਕਿ 100% ਵਰਲਡ ਕਲਾਸ ਕੰਮ ਹੋਇਆ ਹੈ, ਨਹੀਂ ਤਾਂ ਇਹੀ ਕਹਿ ਸਕਦੇ ਹੋ ਵਿਚ ਆਈ ਐਮ ਕਰੰਟਲੀ ਸੇਇੰਗ ਕਿ ਤੁਸੀਂ ਸਟਾਰਟ ਅੱਛਾ ਕੀਤਾ ਹੈ, ਬਟ ਹਜੇ ਬਹੁਤ ਲੰਮੀ ਦੂਰ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ 1999 ਦੇ ਮੁਕਾਬਲੇ 'ਚ ਅਸੀਂ ਬਿਹਤਰ ਕੀਤਾ ਹੈ, ਪਰ 2013 ਦੇ ਵਿੱਚ ਜਿੰਨੀਆਂ ਮਨੁੱਖ ਕੋਲ ਸੰਭਾਵਨਾਵਾਂ ਨੇ, ਜਿੰਨਾ ਮੁਲਕ ਸਾਡਾ ਕਰ ਸਕਦਾ ਸੀ, ਉਹ ਨਹੀਂ ਕੀਤਾ। ਬਿਲਕੁਲ। ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਜੀ, ਜਿਹੜੇ ਸਾਹਿਬ ਨੇ ਐਕਸ DGP ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਸਾਡੇ ਕੋਲ ਜਿਹੜੀ ਕੀ ਇੰਸਟੀਟਿਊਸ਼ਨਸ ਹੈਗੀਆਂ, ਫॉर ਐਗਜ਼ਾਮਪਲ ਅਮਰਨਾਥ ਜੀ, ਫॉर ਐਗਜ਼ਾਮਪਲ ਕਟਰਾ ਵਾਲਾ ਜਿਹੜਾ ਬੰਦਸ ਹੈਗਾ ਵੈਸ਼ਨੋ ਦੇਵੀ ਦਾ, ਸਾਡੀ ਇੱਕ ਅਥਾਰਟੀ ਹੈਗੀ ਟੈਂਪਲ ਅਥਾਰਟੀ, ਜਿਹੜੀ ਪੂਰੀ ਚੀਜ਼ ਨੂੰ A to Z ਮੈਨੇਜ ਕਰਦੀ ਹੈ ਇਨਕਲੂਡਿੰਗ ਡਿਜ਼ਾਸਟਰ। ਜੀ ਠੀਕ ਹੈ ਨਾ ਜੀ। ਨਾ ਇਹ ਚੀਜ਼ ਬਾਕੀ ਵੈਸ਼ਨੋ ਦੇਵੀ ਦੇ ਮਾਮਲੇ ਦੇ ਵਿੱਚ ਵੀ ਕੀਤਾ ਗਿਆ, ਵੈਸ਼ਨੋ ਦੇਵੀ ਦੇ ਵਿੱਚ ਵੀ ਹੈਗਾ। ਇੱਥੇ ਡਿਜ਼ਾਸਟਰ ਹੋਇਆ ਹੈ ਜੀ, ਬਟ ਡਿਜ਼ਾਸਟਰ ਹੋਇਆ 10 15 20 ਸਾਲ ਪਹਿਲਾਂ। ਉਸ ਦੇ ਬਾਅਦ ਇਹਨਾਂ ਨੇ ਇਸ ਕਿਸਮ ਦੀ ਪ੍ਰੀਕਾਸ਼ਨ ਲਈਆਂ ਨੇ, ਕੋਈ ਸਵਾਲ ਹੀ ਨਹੀਂ ਉੱਠਦਾ ਕਿ ਅਗਰ ਤੰਗ ਜਗ੍ਹਾ ਹੈਗੀ, ਤੰਗ ਪੁਲ ਹੈਗਾ, ਕੋਈ ਰੂਮਰ ਫੈਲਾ ਰਿਹਾ ਹੈ ਕਿ ਪੁਲ ਟੁੱਟ ਗਿਆ ਹੈ, ਤੇ ਉਸ ਨੂੰ ਕੰਟਰੋਲ ਕਰਨ ਲਈ, ਸਟੈਂਪੀਡ ਨੂੰ ਰੋਕਣ ਲਈ ਬੰਦੋਬਸਤ ਹੋਣਾ ਚਾਹੀਦਾ ਹੈ। ਉਸੇ ਜਗ੍ਹਾ ਵਿੱਚ ਤੁਸੀਂ ਟਰੈਕਟਰ ਵੀ ਲੈ ਕੇ ਆ ਜਾਓ, ਉਸੇ ਜਗ੍ਹਾ ਵਿੱਚ ਤੁਸੀਂ ਬਲੌਕ ਵੀ ਕਰ ਦਿਓ, ਉਸੇ ਜਗ੍ਹਾ ਵਿੱਚ ਰੂਮਰ ਵੀ ਕੋਈ ਫੈਲਾ ਦੇ ਜਿਹੜਾ ਐਂਟੀ ਨੈਸ਼ਨਲ ਐਲੀਮੈਂਟ ਵੀ ਹੋ ਸਕਦਾ ਹੈ, ਸ਼ਰਾਰਤ ਵੀ ਹੋ ਸਕਦੀ ਹੈ, ਬਾਈ ਚਾਂਸ ਵੀ ਹੋ ਸਕਦਾ ਹੈ। ਇਨ ਸਭ ਚੀਜ਼ਾਂ ਨੂੰ ਰੋਕਣ ਲਈ ਸਾਡਾ ਸਿਸਟਮ ਹੋਣਾ ਚਾਹੀਦਾ ਹੈ, ਜਿਹੜਾ ਸਿਸਟਮ ਅੱਜ ਦੀ ਤਾਰੀਖ ਵਿੱਚ ਡਿਜ਼ਾਸਟਰ ਮੈਨੇਜਮੈਂਟ ਦੇ ਚਾਰਟਰ ਵਿੱਚ ਹੈਗਾ ਹੀ ਨਹੀਂ। ਇਟ ਇਜ਼ ਨਾਟ देयर ਰਿਸਪੌਂਸਿਬਿਲਿਟੀ। ਉਹ ਤਾਂ ਕਹਿੰਦੇ ਆ ਕਿ ਡਿਜ਼ਾਸਟਰ ਹੋਇਆ ਤਾਂ ਸਟੇਟ ਕਰੂਗੀ, ਅਸੀਂ ਮਦਦ ਕਰਾਂਗੇ ਇਫ ਕਾਲਡ। ਇਸ ਟਾਈਮ ਬਹੁਤ ਅੱਛਾ ਹੋਇਆ, ਮੈਚੋਰ ਚੀਫ ਮਿਨਿਸਟਰ, ਮੈਚੋਰ ਪ੍ਰਾਈਮ ਮਿਨਿਸਟਰ, ਮੈਚੋਰ ਬਾਕੀ ਲੋਕ ਸਿੱਟ ਕਰਕੇ ਇਕੱਲੇ ਟੇਬਲ ਵਿੱਚ ਬੈਠ ਕੇ ਪਾਰਟੀ ਅਫੀਲੀਏਸ਼ਨ ਨੂੰ ਭੁੱਲ ਕੇ ਇਹਨਾਂ ਨੇ ਅੱਛਾ ਕੰਮ ਕਰਤਾ ਹੈ। ਬਟ ਇਹੀ ਐਗਜ਼ਾਮਪਲ 2 ਦਿਨ ਦੇ ਬਾਅਦ, 1.5 ਦਿਨ ਦੇ ਬਾਅਦ ਡਿਫੀਟ ਹੋ ਗਿਆ ਆਂਧਰਾ ਪ੍ਰਦੇਸ਼, ਸੌਰੀ ਮੱਧ ਪ੍ਰਦੇਸ਼ ਜਿਹਦਾ ਮਤਲਬ ਰਤਨਗੜ੍ਹ ਵਿੱਚ, ਜਿਹਦਾ ਮਤਲਬ ਇਹ ਹੈਗਾ ਕਿ ਸਾਡਾ ਹਜੇ ਤੱਕ ਸਿਸਟਮ ਬਣਿਆ ਨਹੀਂ, ਪੱਕਿਆ ਨਹੀਂ, ਮੈਚੋਰ ਨਹੀਂ ਹੋਇਆ, ਔਰ ਹੋਣਾ ਚਾਹੀਦਾ। ਬਿਕੋਜ਼ ਇਹ ਇਨਸੀਡੈਂਟ ਹੁੰਦੇ ਰਹਿੰਦੇ ਆ, ਐਵਰੀ 6 ਮੰਥ 100-150 ਬੰਦੇ ਮਰ ਜਾਂਦੇ ਜੀ ਲਾਪਰਵਾਹੀ ਕਰਕੇ। ਸ਼ਸ਼ੀਕਾਂਤ ਜੀ, ਇੱਕ ਗੱਲ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਉੜੀਸਾ ਦੇ ਵਿੱਚ 1999 ਦੇ ਮੁਕਾਬਲੇ ਇਸ ਵਾਰ ਬਿਹਤਰ ਹੋਇਆ, ਪਰ 2013 'ਚ ਜਿਸ ਕਿਸਮ ਦਾ ਬੰਦੋਬਸਤ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਜੀ। ਦੂਜੀ ਇੱਕ ਹੈ, ਦੂਜਾ ਆਪਾਂ ਨੂੰ ਇਸ ਪੱਖੋਂ ਵੀ ਦੇਖ ਸਕਦੇ ਹਾਂ ਕਿ ਜਿੱਥੇ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਸੀ, ਉੱਥੇ ਤੁਸੀਂ ਕੁਝ ਬਿਹਤਰ ਬੰਦੋਬਸਤ ਕਰ ਲਿਆ। ਜਿਹੜੇ ਛੋਟੇ ਹਾਦਸੇ ਨੇ, ਮੈਂ ਇਹ ਨਹੀਂ ਕਹਿ ਰਿਹਾ ਕਿ 125 ਬੰਦਿਆਂ ਦਾ ਮਰਨਾ ਕੋਈ ਛੋਟੀ ਤਰਾਸਦੀ ਹੈ, ਬਹੁਤ ਵੱਡੀ ਗੱਲ ਹੈ। 125 ਬੰਦੇ ਜਿੱਥੇ ਮਰਨੇ ਨੇ, ਉੱਥੇ ਤੁਸੀਂ ਕੋਈ ਬੰਦੋਬਸਤ ਨਹੀਂ ਕੀਤੇ, ਜਦੋਂ ਕਿ ਉੱਥੇ ਤੁਹਾਨੂੰ ਪੁਖਤਾ ਢੰਗ ਨਾਲ ਪਤਾ ਹੈ ਕਿ ਇੰਨੇ ਬੰਦਿਆਂ ਨੇ ਆਉਣਾ ਹੈ, ਇੱਥੇ ਕੋਈ ਸ਼ਰਾਰਤ ਦੇ ਬਸ ਵੀ ਭਗਦੜ ਫੈਲਾ ਸਕਦਾ ਹੈ, ਤੇ ਉਂਝ ਵੀ ਹਾਦਸਾ ਵੀ ਹੋ ਸਕਦਾ ਹੈ। ਇਹਨੂੰ ਆਪਾਂ ਕਿਵੇਂ, ਜਿਹੜਾ ਸਾਡੇ ਜਿਹੜੇ ਡਿਜ਼ਾਸਟਰ ਮੈਨੇਜਮੈਂਟ ਦਾ ਇਮਤਿਹਾਨ ਹੈ, ਉਹ ਛੋਟੀਆਂ ਥਾਵਾਂ ਤੇ ਹੋਏਗਾ ਜਾਂ ਵੱਡੇ ਹਾਦਸਿਆਂ ਨਾਲ ਜੁੜ ਕੇ ਹੋਏਗਾ? ਪ੍ਰੋਬਲਮ ਇਹਦੇ 'ਚ ਇੱਕੋ ਹੀ ਹੈਗਾ, ਜੇ ਵੱਡੀ ਥਾਂ ਹੋਏ, ਛੋਟੀ ਥਾਂ ਹੋਏ, ਐਂਟੀਸਿਪੇਸ਼ਨ ਨਹੀਂ ਹੈਗਾ। ਜਦ ਸਾਡੀ ਆਰਮਡ ਫੋਰਸਿਸ ਜਿਹੜੀ ਹੈਗੀ ਪਰ ਇਹਦੇ ਵਿੱਚ ਤਾਂ ਐਂਟੀਸਿਪੇਸ਼ਨ ਦਾ ਕੋਈ ਮਸਲਾ ਹੀ ਨਹੀਂਗਾ। ਮੈਂ ਬਿਲਕੁਲ ਅਨਪੜ੍ਹ ਗਵਾਰ ਆਦਮੀ ਵੀ ਹੋਵਾਂ, ਮੈਨੂੰ ਵੀ ਪਤਾ ਕਿ ਜੇ ਇੱਥੇ ਤੰਗ ਥਾਂ ਦੇ ਉੱਤੇ ਜ਼ਿਆਦਾ ਲੋਕ ਆ ਗਏ, ਭਗਦੜ ਮਚ ਸਕਦੀ ਹੈ, ਧੱਕਾ ਵੱਜੇਗਾ। ਤੇ ਤੁਸੀਂ ਦੇਖਦੇ ਹੋ ਕਿ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੰਦੇ ਜਾਂਦੇ ਨੇ, ਜਿਹੜੇ ਬਹੁਤ ਘੱਟ ਪੜ੍ਹੇ ਲਿਖੇ ਨੇ, ਉਹ ਵੀ ਇਸ ਗੱਲ ਦਾ ਧਿਆਨ ਰੱਖਦੇ ਨੇ ਕਿ ਜੁੱਤੀ ਇਸ ਪਾਸੇ ਖੋਲ ਦਿਓ, ਇੱਧਰਲੇ ਪਾਸੇ ਜੀ ਚਲੇ ਜਾਓ। ਇਹਦੇ ਵਿੱਚ ਤਾਂ ਕੋਈ ਰਾਕਟ ਸਾਇੰਸ ਦੀ ਲੋੜ ਨਹੀਂ। ਮੈਂ ਗੱਲ ਕਰ ਰਿਹਾ ਹੈਗਾ ਐਂਟੀਸਿਪੇਸ਼ਨ, ਉਸੇ ਗੱਲ ਤੇ ਆ ਰਿਹਾ ਸੀ। ਐਂਟੀਸਿਪੇਸ਼ਨ ਜਿਹੜੀ ਹੈਗੀ ਹੈ ਲੋਕਲ ਅਥਾਰਟੀਜ਼ ਦੇ ਵਿਚਕਾਰ ਨਹੀਂ ਹੈਗੀ ਹੈ। ਜਦੋਂ ਵੀ ਡਿਜ਼ਾਸਟਰ ਹੁੰਦਾ ਹੈਗਾ, ਆਰਮੀ, 에ਅਰ ਫੋਰਸ ਜਾਂਦੇ ਹੈਗੇ ਨੇ, ਦੇ ਸਕਸੀਡ। ਉਹਨਾਂ ਦੇ ਇਸ ਮਾਮਲੇ ਦੇ ਵਿੱਚ ਜਿਵੇਂ ਰਤਨਗੜ੍ਹ ਦੇ ਵਿੱਚ ਮੈਂ ਇੱਥੇ ਹੀ ਆ ਰਿਹਾ, ਉਹਨਾਂ ਦੇ ਕੋਲ ਲਗਾਤਾਰ ਐਕਸਰਸਾਈਜ਼ ਹੁੰਦੀ ਹੈਗੀ, ਉਹਨਾਂ ਦੇ ਕੋਲ ਐਂਟੀਸਿਪੇਸ਼ਨ ਦੀ ਕੈਪੇਬਿਲਿਟੀ ਹੈਗੀ ਹੈ। ਅਨਫੋਰਚੂਨੇਟਲੀ ਜਿਹੜੀ ਪੁਲਿਸ ਫੋਰਸ ਹੁੰਦੀ ਹੈਗੀ ਹੈ ਇਨ ਆਲ ਦਾ ਸਟੇਟਸ, ਉਹਨਾਂ ਦੇ ਵਿਚਕਾਰ ਕੋਈ ਐਂਟੀਸਿਪੇਸ਼ਨ ਨਹੀਂ ਹੈ। ਉਹ ਤੇ ਬਸ ਜਿਹੜਾ ਪੋਲੀਟੀਕਲ ਲੀਡਰਸ਼ਿਪ ਕਹਿੰਦੀ ਹੈਗੀ ਉਸ ਪਾਸੇ ਤੁਰ ਜਾਂਦੇ ਹੈਗੇ ਨੇ। ਇਹਨਾਂ ਦੀ ਲਗਾਤਾਰ ਐਕਸਰਸਾਈਜ਼ ਹੁੰਦੀਆਂ ਨੇ ਆਰਮੀ ਦੀ, ਕਦੇ ਅੱਜ ਤੱਕ ਮੈਂ ਨਹੀਂ ਸੁਣਿਆ ਕਿ ਪੁਲਿਸ ਦੀ ਐਕਸਰਸਾਈਜ਼ ਹੋਈ ਹੋਵੇ। ਪਰ ਗੱਲ ਇਹ ਹੈ ਨਾ ਕਿ ਜਿਹੜੀ ਫੌਜ ਹੈ ਉਹ ਕਿਸੇ ਵੀ ਤਰੀਕੇ ਨਾਲ ਭਗਦੜ ਦਾ ਨੁਕਸਾਨ ਨਹੀਂ ਘਟਾ ਸਕਦੀ। ਫੌਜ ਤਾਂ ਆ ਕੇ ਤੁਹਾਡੇ ਜ਼ਖਮੀ ਚੱਕ ਲਏਗੀ, ਤੁਹਾਡੀਆਂ ਲਾਸ਼ਾਂ ਚੱਕ ਕੇ ਉਹਨਾਂ ਦਾ ਕੋਈ ਬੰਦੋਬਸਤ ਕਰ ਦੇਗੀ। ਭਗਦੜ ਦਾ ਤਾਂ ਬੰਦੋਬਸਤ ਪਹਿਲਾਂ ਕਰਨਾ ਪਏਗਾ। ਮੈਂ ਸਿਰਫ ਇਹ ਗੱਲ ਕਰ ਰਿਹਾ, ਅਵੇਅਰਨੈਸ
ਇਹਨਾਂ ਦੇ ਵਿਚਕਾਰ ਅਵੇਅਰਨੈਸ ਹੈਗੀ, ਜਿਹੜੇ ਪੁਲਿਸ ਅਥਾਰਟੀਜ਼ ਹੈਗੇ ਉਹਨਾਂ ਦੇ ਵਿਚਕਾਰ ਨਾ ਤੇ ਅਵੇਅਰਨੈਸ ਹੈਗੀ, ਨਾ ਉਹ ਸੋਚਣ ਦੀ ਕੋਸ਼ਿਸ਼ ਕਰਦੇ ਹੈਗੇ, ਨਾ ਟਾਈਮ ਦਿੰਦੇ ਹੈਗੇ ਨੇ, ਨਾ ਐਕਸਰਸਾਈਜ਼ ਕਰਦੇ ਹੈਗੇ ਨੇ। ਪਹਿਲੇ ਰਤਨਗੜ੍ਹ ਚ ਹੋ ਚੁੱਕਿਆ ਸੀ, ਹਰ ਵਾਰੀ ਹੁਣ ਤਾਂ ਹੋਣਾ ਚਾਹੀਦਾ ਸੀ ਕਿ ਇੱਥੇ ਫੋਰਸ ਲੱਗਣੀ ਚਾਹੀਦੀ ਹੈ, ਕਿੰਨੀ ਫੋਰਸ ਲੱਗਣੀ ਚਾਹੀਦੀ ਹੈ, ਕਿੰਨੇ ਬੰਦੇ ਆਣੇ ਹੈਗੇ ਨੇ। ਪਰ ਰਤਨਗੜ੍ਹ ਦੇ ਵਿੱਚ ਜੇ ਪਹਿਲਾਂ ਨਾ ਵੀ ਹੋਇਆ ਹੋਵੇ, ਜਦੋਂ ਸਾਨੂੰ ਇਹ ਪਤਾ ਹੈ ਕਿ ਜਿੱਥੇ 50,000 ਬੰਦੇ ਇਕੱਠੇ ਹੁੰਦੇ ਨੇ, ਜਦੋਂ ਸਾਨੂੰ ਇਹ ਪਤਾ ਹੈ ਕਿ ਜਿੱਥੇ 50,000 ਬੰਦੇ ਇਕੱਠੇ ਹੋਣਗੇ ਜਾਂ 40,000 ਜੋ ਵੀ ਇੱਕ ਅੰਦਾਜ਼ਾ ਬਣਦਾ, ਇੰਨੇ ਬੰਦੇ ਇਕੱਠੇ ਹੋਣਗੇ ਇੰਨੀ ਤੰਗ ਥਾਂ ਦੇ ਉੱਤੇ, ਉੱਥੇ ਇਸ ਗੱਲ ਦੀ ਸੰਭਾਵਨਾ ਹੈਗੀ ਤੇ ਬੰਦੋਬਸਤ ਹੋਣਾ ਚਾਹੀਦਾ। I blame the political forces of the state. ਉਹਨਾਂ ਦੇ ਵਿਚਕਾਰ ਕੋਈ ਵਿਲ ਨਹੀਂ ਹੈਗੀ ਹੈ, ਕਦੇ ਉਹ ਕੋਸ਼ਿਸ਼ ਨਹੀਂ ਕਰਦੇ ਹੈਗੇ ਨੇ। ਜਿਸ ਤਰ੍ਹਾਂ ਮੈਂ ਦੱਸਿਆ, ਮੈਂ ਡਿਜ਼ਾਸਟਰ ਮੈਨੇਜਮੈਂਟ ਡੀਲ ਕਰ ਚੁੱਕਿਆ, ਮੈਂ ਤਾਂ ਅਜੇ ਤੱਕ ਨਹੀਂ ਸੁਣਿਆ, ਮੈਂ 39 ਇਅਰਸ ਪੁਲਿਸ ਦੇ ਵਿੱਚ ਰਹਿ ਚੁੱਕਿਆ ਹਾਂ, ਕੋਈ ਇੱਕ ਵਾਰੀ ਵੀ ਟ੍ਰੇਨਿੰਗ ਹੋਈ ਪੁਲਿਸ ਦੀ ਹੋਈ ਹੋਏ ਕਿਸ ਤਰ੍ਹਾਂ ਜਿਹੜਾ ਹੈਗਾ ਸਾਹਮਣਾ ਹੈਗਾ, ਜਿਸ ਤਰ੍ਹਾਂ ਕੋਈ ਮੇਲਾ ਆ ਗਿਆ, ਵੱਡਾ ਮੇਲਾ ਆ ਗਿਆ, ਕੋਈ ਐਕਸਰਸਾਈਜ਼ ਨਹੀਂ ਹੁੰਦੀ ਹੈਗੀ। ਤੁਸੀਂ ਪੰਜਾਬ ਦੀ ਡਿਜ਼ਾਸਟਰ ਮੈਨੇਜਮੈਂਟ ਲਈ ਜ਼ਿੰਮੇਵਾਰ ਅਹੁਦੇ ਤੇ ਰਹੇ ਹੋ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੀ ਕੋਈ ਸਿਖਲਾਈ ਨਹੀਂ ਹੋਈ। ਕੋਈ ਸਿਖਲਾਈ ਨਹੀਂ ਹੋਈ ਜੀ ਮਹਿਤਾ ਸਾਹਿਬ, ਮੈਂ ਇਹ ਐਕਚੁਅਲੀ ਬਹੁਤ ਸੀਰੀਅਸ ਗੱਲ ਕਰ ਰਹੇ ਨੇ ਤੇ ਮੇਰੀ ਪਰਸਨਲੀ ਡੀਜੀ ਸਾਹਿਬ ਨੂੰ ਮੈਨੂੰ ਕੰਬਾ ਲੱਗਣ ਲੱਗਿਆ ਜੀ ਜਦੋਂ ਇਹ ਦੱਸ ਰਹੇ ਨੇ ਕਿ ਮੇਰੀ ਥੈਂਕਸ ਜਾਂਦੀ ਹੈ ਜੀ, ਕਹਿ ਕਰਕੇ ਕਿ ਇਹਨਾਂ ਦੀ ਹਿੰਮਤ ਹੈਗੀ ਕਿ ਜਿਹੜੀ ਗਲਤੀ ਹੈ ਉਹ ਮੰਨ ਰਹੇ ਨੇ ਐਂਡ ਪਬਲਿਕ ਫੋਰਮ ਵਿੱਚ ਮੰਨ ਰਹੇ ਨੇ ਐਂਡ ਇੱਜ਼ਤ ਦੇ ਨਾਲ ਮੰਨ ਰਹੇ ਨੇ ਜੀ। ਮੇਰਾ ਕਹਿਣਾ ਇਹ ਹੈ ਕਿ ਬਾਈ ਚਾਂਸ ਅਗਰ ਤੁਸੀਂ ਐਂਟੀਸਿਪੇਸ਼ਨ ਦੀ ਜਿਹੜੀ ਸਾਹਿਬ ਗੱਲ ਕਰ ਰਹੇ ਸੀ, ਬੜਾ ਵੈਲਿਊਬਲ ਪੁਆਇੰਟ ਹੈਗਾ ਜੀ। ਅਗਰ ਐਂਟੀਸਿਪੇਟ ਕਰਕੇ ਤੁਸੀਂ 2-3 ਹੈਲੀਕਾਪਟਰ ਪੁਲ ਦੇ ਉੱਤੇ ਰੱਖ ਦਿੰਦੇ ਜਿਹੜੇ ਨਿਗਾਹ ਰੱਖਦੇ ਕਿ ਇਸ ਨੂੰ ਇਸ ਲੈਵਲ ਦੀ ਕਰਾਊਡਿੰਗ ਦੇ ਬਿਯੋਂਡ ਨਹੀਂ ਜਾਣ ਦੇਣਾ। ਅਮਰੀਕਾ ਵਿੱਚ ਹੁੰਦਾ ਹੈ, ਯੂਰਪ ਵਿੱਚ ਹੁੰਦਾ ਹੈ, ਬੜੀ ਅਫਰੀਕਨ ਏਸ਼ੀਅਨ ਕੰਟਰੀਜ਼ ਵਿੱਚ ਹੁੰਦਾ ਹੈ, ਇੱਥੇ ਕੀ ਪ੍ਰੋਬਲਮ ਹੈ? ਸਾਡੇ ਕੋਲ 2,500 ਵੈਸ਼ਨੋ ਦੇਵੀ ਦੇ ਵਿੱਚ ਫੌਜ ਬੰਦੋਬਸਤ ਕਰਦੀ ਹੈ, ਉੱਥੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਵੇਲੇ ਕਿੰਨੇ ਬੰਦੇ ਜਾਣਗੇ, ਕਿੰਨੇ ਵਾਪਸ ਆਉਣਗੇ ਤੇ ਕਿੰਨੇ ਭੇਜੇ ਜਾਣਗੇ, ਕੰਟਰੋਲ ਕਰਕੇ ਜੀ। ਮੈਂ ਇਹੀ ਲੈਸਨ ਤੁਹਾਨੂੰ ਡਰਾਈਵ ਕਰਨਾ ਚਾਹੁੰਦਾ। ਉੱਤਰਾਖੰਡ ਵਿੱਚ ਉੱਤਰਾਖੰਡ ਦੀ ਬੈਰਿੰਗ ਕੈਪੈਸਿਟੀ ਮਤਲਬ ਲੋਡ ਸਸਟੇਨ ਕਰਨ ਦੀ ਕੈਪੈਸਿਟੀ 1000 ਪਿਲਗ੍ਰਿਮਸ ਸੀਗੀ ਵਿਦਿਨ ਅ 24 ਆਵਰ ਸਾਈਕਲ ਜੀ। ਭੇਜਤੇ 10,000 ਜੀ, ਓਵਰਲੋਡ ਹੋ ਗਿਆ, ਸਿਸਟਮ ਟੁੱਟ ਗਿਆ ਜੀ, ਜਿਸ ਕਰਕੇ ਆਫਤ ਮਚ ਗਈ। ਠੀਕ ਹੈ ਨਾ, ਇਸ ਜਿਹੜੀ ਨੈਰੋ ਬ੍ਰਿਜ ਸੀਗਾ, ਰੋਡ ਸੀਗਾ, ਤੰਗ ਜਾਂ ਸੌੜਾ ਰਸਤਾ ਸੀਗਾ, ਉਸ ਦੀ ਵੀ ਲੋਡ ਕੈਪੈਸਿਟੀ ਹੋਵੇਗੀ, ਉਹ ਕਿੰਨੀ ਕੁ ਸੀਗੀ ਕਿਸ ਨੂੰ ਪਤਾ ਸੀਗੀ? ਉੱਥੇ ਜਿਹੜੇ ਬੰਦੇ ਜ਼ਿੰਮੇਵਾਰ ਹੋਣੇ ਚਾਹੀਦੇ ਸੀ ਕਿ ਉਹ ਲੋਕੇਟਡ ਸੀ ਜਾਂ ਨਹੀਂ ਸੀ। ਬਾਈ ਚਾਂਸ ਅਗਰ ਫੌਜ ਨੂੰ ਤੁਸੀਂ ਰਿਕੁਐਸਟ ਕਰ ਦਿੰਦੇ, ਮੱਧ ਪ੍ਰਦੇਸ਼ ਵਿੱਚ ਦਬਾਦਬ ਫੌਜ ਹੈਗੀ, ਉਹਨਾਂ ਨੂੰ ਕਹਿਣਾ ਸੀ ਇੱਕ ਆਲਟਰਨੇਟ ਪੁਲ ਸਾਡੇ ਲਈ ਬਣਾ ਦਿਓ, ਇਸ ਨੂੰ ਵਨ ਵੇ ਕਰ ਦਿਓ, ਜਾਣ ਦਾ ਰਸਤਾ ਆਉਣ ਦਾ ਰਸਤਾ। ਫੌਜ ਵੁੱਡ ਹੈਵ ਸੈਡ ਸਾਡੇ ਕੋਲ ਬਹੁਤ ਅੱਛੀ ਟ੍ਰੇਨਿੰਗ ਦਾ ਮੌਕਾ ਹੈਗਾ, ਪੁਲ ਬਣ ਜਾਂਦਾ, ਹੈਲੀਕਾਪਟਰ ਪਹੁੰਚ ਜਾਂਦਾ, ਰਿਕੁਐਸਟ ਕਰਦੇ, ਐਵਰੀ ਅਰੇਂਜਮੈਂਟ ਕੁਡ ਹੈਵ ਬੀਨ ਪੇਡ, ਐਂਬੂਲੈਂਸ। ਪਰ ਇੱਕ ਦਿਨ ਪਹਿਲਾਂ ਕਰਨਾ ਪੈਣਾ ਸੀ ਨਾ, ਭਗਦੜ ਮੱਚੀ ਤੇ ਤਾਂ ਤੁਸੀਂ ਉਹੀ ਗੱਲ ਡੀਜੀ ਸਾਹਿਬ ਕਹਿ ਰਹੇ ਸੀ ਕਿ ਐਂਟੀਸਿਪੇਸ਼ਨ ਜ਼ਰੂਰੀ ਹੈ ਜੀ। ਅਗਰ ਤੁਸੀਂ ਐਂਟੀਸਿਪੇਟ ਕਰਦੇ ਔਰ ਤੁਸੀਂ ਨਹੀਂ ਕੀਤਾ ਤਾਂ ਜ਼ਿੰਮੇਵਾਰੀ ਮੰਨੋ ਕਿ ਥੋੜੀ 100% ਜ਼ਿੰਮੇਵਾਰੀ ਹੈ ਜੀ। ਐਜ਼ ਅ ਵਿੱਚ ਸਟੇਟ ਗਵਰਨਮੈਂਟ ਦਾ ਕੋਈ ਲੈਣ ਦੇਣ ਨਹੀਂ, ਇਟ ਇਜ਼ ਅ ਪਿਓਰ ਐਂਡ ਸਿੰਪਲ ਡਿਸਟ੍ਰਿਕਟ ਪ੍ਰੋਬਲਮ ਜੀ। ਸਟੇਟ ਤਾਂ ਫਿਰ ਵੀ ਉੱਚੀ ਜਾ ਕਰਕੇ ਬੈਠਦੀ ਹੈ ਜੀ। Who was accountable for this complete ਬੰਦੋਬਸਤ? ਉਹਨਾਂ ਨੇ ਬੰਦੋਬਸਤ ਕਿਉਂ ਠੀਕ ਨਹੀਂ ਕੀਤਾ? ਕਿਉਂ 115 ਬੰਦਿਆਂ ਦੀ ਮੌਤ ਹੋਈ ਹੈ? They should be accountable and made to answer ਜੀ। अब मैं ਇਹਨਾਂ ਨਾਲ ਗੱਲ ਕਰਾਂਗਾ ਇੱਕ ਹੋਰ। ਬਿਲਕੁਲ ਠੀਕ ਹੈ ਜਨਰਲ ਸਾਹਿਬ ਨੇ ਗੱਲ, ਜੇ ਇਸ ਕੇਸ ਦੇ ਵਿੱਚ ਅਕਾਊਂਟੇਬਿਲਿਟੀ ਫਿਕਸ ਹੋ ਜਾਏਗੀ ਤਾਂ ਅੱਗੇ ਆਉਣ ਵਾਲੇ ਸਮਾਂ 'ਚ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਹੀ ਨਹੀਂ ਸਕਦੀ ਹੈਗੀ। ਅੱਜ ਤੱਕ ਕਦੇ ਅਕਾਊਂਟੇਬਿਲਿਟੀ ਫਿਕਸ ਹੋਈ नहीं हैगी है, दैट्स द बेसिक प्रॉब्लम जी। मीनाक्षी, इस सारे हालात से बचने के लिए क्या कोई प्रोटोकॉल होना चाहिए और प्रोटोकॉल के लिए कोई रिस्पॉन्सिबल होना चाहिए कि अगर ये प्रोटोकॉल वायलेट हुआ और कहीं कोई इंसिडेंट ऐसा हुआ जिसमें लगा कि प्रोटोकॉल को इंटैक्ट ना होने के कारण ये हुआ है, तो कोई रिस्पॉन्सिबिलिटी किसी की फिक्स हो? ऑफकोर्स आप कम्युनिटी लेवल पे या ग्राउंड लेवल पे लोगों को अवेयर कर सकते हो। कम्युनिटी लेवल पे जैसे एक जगह पर 50,000 लोग इकट्ठे हो गए और वहाँ पर भगदड़ मच गई, तो वहाँ पर आप कम्युनिटी लेवल पे क्या कर पाओगे? ठीक है, आप सिर्फ अभी तक हमारे इंडिया में जहाँ तक मुझे मालूम है, अभी सिर्फ उन्हें अभी फिलहाल उत्तराखंड के बाद ये पता चला कि अच्छा नेचुरल डिजास्टर्स होते हैं, मैन मेड डिजास्टर मालूम ही नहीं। कोई भी चीज़ आपको इतना पोटेंशियल तो भगदड़ में भी है, कोई आपके ऊपर चढ़ के जाएगा, इतना पोटेंशियल है कि वो आपको हार्म कर सके, डिस्ट्रक्शन होने की संभावनाएं ज़्यादा हैं। तो इस चीज़ को अब हमें सिर्फ नेचुरल डिजास्टर के बारे में बात नहीं करनी, अब हमें मैन मेड डिजास्टर के बारे में भी बात करनी है। और नेचुरल डिजास्टर भी जो है उसका बहुत सारा हिस्सा तो आज के दिन में मैन मेड डिजास्टर है ना। अगर आपने 1,000 बंदे का बंदोबस्त था, वहां पर 10,000 लोग जाने दिए, तो दैट इज मैन मेड। सही बात, पानी आया वो कुदरत की तरफ से है, लेकिन आपने वहां पर बंदे जाने दिए उस वक्त, आपको पता था, वो तो मैन मेड है। आपने मींस अपने सपोर्ट कर दिया ना, तो वही चीज़ आपको रिड्यूस करनी है। आपको जो मैन मेड डिजास्टर है वो कम करना है, आपको अवेयरनेस से कम करना है, मींस प्रिपेयर्ड करना है आपको उस चीज़ के लिए। आप ऐसा ना करो। उत्तराखंड में अच्छा नेचुरल ठीक है हो गया, साइक्लोन में आपने बचा लिए इतने लोग, अब कहीं टेररिस्ट अटैक भी हो सकता था वहाँ पे, वो तो मैन मेड है। तो वो ये चीज़ें मतलब कि आपको
सिर्फ अब नेचुरल नहीं है, अब आपको मैन मेड डिजास्टर्स के बारे में भी सोचना है कि सिर्फ आप कंसंट्रेट करो नेचुरल डिजास्टर होंगे, हम वेट करेंगे जब तक नेचुरल डिजास्टर नहीं होंगे तब तक हम कुछ नहीं करेंगे। नहीं, मैन मेड डिजास्टर कहीं भी हो सकता मेरी है। यही रीइंफोर्सिंग आर्गूमेंट हैगी जी। मैं 2 ਸਾਲ ਦੇ ਵਾਸਤੇ ਅਮਰਨਾਥ ਦਾ ਜਿਹੜਾ ਪਿਲਗ੍ਰਿਮੇਜ ਸੀਗਾ ਉਹ ਮੇਰੇ ਜ਼ਿੰਮੇ ਸੀਗਾ, ਬਿਕੋਜ਼ ਮੈਂ ਕਮਾਂਡਰ 1 ਸੈਕਟਰ ਰਾਸ਼ਟਰੀ ਰਾਈਫਲ ਸੀਗਾ। ਪਹਿਲਗਾਮ ਤੋਂ ਲੈ ਕਰ ਟੈਂਪਲ ਤੱਕ ਜ਼ਿੰਮੇਵਾਰੀ ਮੇਰੀ ਸੀ ਬਾਈ ਵੇ ਆਫ ਓਵਰਆਲ ਸਿਕਿਉਰਿਟੀ, ਹਾਲਾਂਕਿ ਕਮ ਪੁਲਿਸ BSF ਬਾਕੀ ਮਿਕਸ ਫੌਜ ਕਰਦੀ ਸੀ। ਨਾਓ ਜਿਹੜਾ ਪੁਆਇੰਟ ਮੈਂ ਬਣਾਉਣਾ ਚਾਹੁੰਦਾ ਉਹ ਬੜਾ ਸਿੰਪਲ ਪੁਆਇੰਟ ਹੈਗਾ, ਰਿਸਪੌਂਸਿਬਿਲਿਟੀ ਐਂਡ ਅਕਾਊਂਟੇਬਿਲਿਟੀ ਵਾਜ਼ ਅਵੇਲੇਬਲ ਫॉर एवरी ਕਿਲੋਮੀਟਰ। ਪੂਰਾ ਜਿੰਨਾ ਰਸਤਾ ਸੀਗਾ 13 ਕਿਲੋਮੀਟਰ ਵਾਇਆ ਬਾਲਟਾਲ, 55 ਕਿਲੋਮੀਟਰ ਥਰੂ ਪਹਿਲਗਾਮ, ਪੂਰੀ ਜ਼ਿੰਮੇਵਾਰੀ ਵੰਡੀ ਹੋਈ ਸੀ ਕਿ ਅਗਰ ਇੱਥੇ ਗਦਰ ਹੋਇਆ ਤਾਂ ਜ਼ਿੰਮੇਵਾਰੀ ਭਾਈ ਸਾਹਿਬ ਤੁਹਾਡੀ ਹੈ, ਇੱਥੇ ਗਦਰ ਹੋਇਆ ਤੁਹਾਡੀ ਹੈ, ਇੱਥੇ ਗਦਰ ਹੋਇਆ ਤੁਹਾਡੀ ਹੈ। ਕਮਿਊਨੀਕੇਸ਼ਨ, ਗੱਲਬਾਤ ਕਰਨ ਦਾ ਸਾਧਨ, ਤਰੀਕਾ, ਵੈਦਰ ਦੇ ਫੋਰਕਾਸਟ, ਐਵਰੀਥਿੰਗ ਅਵੇਲੇਬਲ ਅੱਜ ਦੀ ਤਰੀਕੇ 'ਚ ਹੈਗੀ, ਜਿਸ ਕਰਕੇ ਪੰਗੇ ਦੀ ਚਾਂਸਸ ਬਹੁਤ ਕਮ ਹੈਗੀਆਂ ਜੀ। ਨਾ ਇਹ ਸਿਸਟਮ ਬਾਕੀ ਟੈਂਪਲਾਂ ਵਿੱਚ ਕਿਉਂ ਨਹੀਂ ਹੋ ਸਕਦਾ? ਇਸ ਪੂਰੇ ਮੁਲਕ ਵਿੱਚ ਹਜ਼ਾਰਾਂ ਹੰਡਰਡਸ ਆਫ ਟੈਂਪਲਸ ਹੈਗੇ ਜਿਹਦੇ ਵਿੱਚ ਪਿਲਗ੍ਰਿਮਸ ਜਾਂਦੇ ਨੇ, ਸੌੜੇ ਤੰਗ ਰਸਤੇ ਹੈਗੇ। ਇੱਕ ਤਾਂ ਪਿਛਲੇ ਸਾਲ ਹੀ ਇੱਥੇ ਡਿਜ਼ਾਸਟਰ ਹੋਇਆ ਜੀ, ਰਾਜਸਥਾਨ ਦੇ ਵਿੱਚ ਹੋਇਆ, ਨੰਗਲ ਦੇ ਲਾਗੇ ਰੋਪਵੇ ਦੇ ਲਾਗੇ ਡਿਜ਼ਾਸਟਰ ਹੋਇਆ ਜੀ। ਵੀ ਮਸਟ ਲਰਨ ਫਰਮ ਦਿਸ ਕਿ ਸਿਸਟਮ ਤੁਸੀਂ ਬਣਾਓ, ਅਕਾਊਂਟੇਬਿਲਿਟੀ ਐਸਟੈਬਲਿਸ਼ ਕਰੋ। ਜਿਹੜੀ ਸਕੀਮ ਬਣਾਉਂਦੇ ਹੋ, ਸਾਹਿਬ ਠੀਕ ਕਹਿ ਰਹੇ ਸੀ, ਜਦ ਤੁਸੀਂ ਰਿਹਰਸ ਨਹੀਂ ਕਰੋਗੇ ਤੇ ਉਸ ਦਾ ਅਸਰ ਕਿਵੇਂ ਪਾਊਗਾ? ਬੰਦਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਚੀਜ਼ ਦੇ ਲਈ ਜ਼ਿੰਮੇਵਾਰ ਹੋ, ਤੁਹਾਡਾ ਸਮਾਨ ਕਿੱਥੇ ਹੈ, ਕਮੀ ਕਿੱਥੇ ਹੈ, ਐਂਡ ਉਸ ਨੂੰ ਕਿਸ ਤਰੀਕੇ ਨਾਲ ਪ੍ਰੋਬਲਮ ਨੂੰ ਅਪਰੋਚ ਕਰਨਾ ਹੈ ਜੀ। ਮੈਨੂੰ ਲੱਗਦਾ ਕਿ ਆਪਾਂ ਇਸੇ ਗੱਲ ਨਾਲ ਆਪਣਾ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਦੇ ਹਾਂ। ਤੁਸੀਂ ਤਿੰਨੇ ਅੱਜ ਦੇ ਇਸ ਪ੍ਰੋਗਰਾਮ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਦੋਂ ਵੀ ਆਫਤਾਂ ਦੇ ਬੰਦੋਬਸਤ ਦੀ ਚਰਚਾ ਹੋਏਗੀ ਤੇ ਇਹ ਦੇਖਿਆ ਜਾਏਗਾ ਕਿ ਉਸ ਵੇਲੇ ਮਨੁੱਖ ਦੇ ਕੋਲ ਕਿੰਨੀ ਸਮਰੱਥਾ ਸੀ ਅਤੇ ਕਿਹੜੇ-ਕਿਹੜੇ ਕਾਰਨਾਂ ਕਾਰਨ ਉਹ ਆਫਤ ਹੋਈ, ਜਿਸ ਦੇ ਵਿੱਚ ਕੁਦਰਤ ਦੇ ਕਾਰਨ ਵੀ ਹੋਣਗੇ ਤੇ ਮਨੁੱਖ ਦੀ ਅਣਗਹਿਲੀ ਵੀ ਸ਼ਾਮਿਲ ਹੋਏਗੀ। ਸਵਾਲ ਇਹ ਹੈ ਕਿ ਜਦੋਂ ਵੀ ਸਰਕਾਰ ਦੀ ਜਵਾਬਦੇਹੀ ਤੈਅ ਹੋਏਗੀ, ਉਹ ਇਸ ਗੱਲ ਨਾਲ ਨਹੀਂ ਹੋਏਗੀ ਕਿ ਵੱਡੇ ਤੋਂ ਵੱਡੀ ਆਫਤ ਨੂੰ ਕਿਵੇਂ ਨਜਿੱਠਿਆ ਗਿਆ। ਸਵਾਲ ਇਹ ਰਹੇਗਾ ਕਿ ਛੋਟੇ ਤੋਂ ਛੋਟੀ ਆਫਤ ਲਈ ਕਿਸ ਕਿਸਮ ਦਾ ਬੰਦੋਬਸਤ ਕੀਤਾ ਗਿਆ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।